ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖਾਰਜ ਕਰਨ ਨੂੰ ਲੈ ਕੇ ਅੱਜ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਕੀਤੀ ਗਈ ਬਠਿੰਡਾ ਵਿਖੇ ਵਰਕਰਾਂ ਦੇ ਨਾਲ ਮੀਟਿੰਗ ਅਤੇ ਮੀਡੀਆ ਨੂੰ ਕੀਤਾ ਸੰਬੋਧਨ। ਵਰਕਰਾਂ ਦੇ ਰੂਬਰੂ ਹੁੰਦੇ ਹੋਏ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਬੋਲਦਿਆਂ ਕਿਹਾ ਕਿ ਲੋਕਤੰਤਰ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਵੀ ਵਿਅਕਤੀ ਦੀ ਇਸ ਤਰ੍ਹਾਂ ਮੈਂਬਰਸ਼ਿਪ ਖਾਰਜ ਕਰਕੇ ਉਸ ਨੂੰ 6 ਸਾਲ ਦੇ ਲਈ ਬਾਹਰ ਕੱਢ ਦੇਣਾ ਹੈ। ਅਸੀਂ ਇਸ ਦਾ ਪੂਰਨ ਤੌਰ ਤੇ ਵਿਰੋਧ ਕਰਦੇ ਹਾਂ। ਇਸ ਨੂੰ ਲੈ ਕੇ ਉਹਨਾਂ ਵੱਲੋਂ ਜਿੱਥੇ ਮੀਡੀਆ ਦੇ ਨਾਲ ਗੱਲਬਾਤ ਕੀਤੀ, ਉਹਨਾਂ ਵੱਲੋਂ ਵਰਕਰਾਂ ਦੇ ਨਾਲ ਵੀ ਅੱਜ ਬਠਿੰਡਾ ਦੇ ਵਿੱਚ ਮੀਟਿੰਗ ਕੀਤੀ ਗਈ। ਜ਼ਿਲ੍ਹਾ ਕਾਂਗਰਸ ਕਮੇਟੀ ਅਰਬਨ ਦੇ ਸਾਡੇ ਪ੍ਰਧਾਨ ਰਾਜਨ ਜੀ ਤੇ ਸਾਰੇ ਸਾਡੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ ਤੇ ਵਰਕਰ ਸਹਿਬਾਨ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਹੋਏ ਹਨ। ਆਪਾਂ ਸਾਰੇ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਅੱਜ ਦੇਸ਼ ਦਾ ਹਰ ਵਿਅਕਤੀ ਆਪਣੇ ਆਪ ਨੂੰ ਜੋ ਰਾਹੁਲ ਗਾਂਧੀ ਜੀ ਦੇ ਨਾਲ ਸੰਸਦ ਦੇ ਵਿੱਚੋਂ ਉਹਨਾਂ ਦੀ ਮੈਂਬਰਸ਼ਿਪ ਰੱਦ ਕਰਨ ਦਾ ਮੁੱਦਾ ਆਇਆ, ਕਿਸ ਤਰੀਕੇ ਨਾਲ ਆਪਣੇ ਆਪ ਨੂੰ ਇਸ ਦੇਸ਼ ਦੇ ਵਿੱਚ ਮਹਿਸੂਸ ਕਰ ਰਿਹਾ ਹੈ। ਅੱਜ ਜਿਸ ਦਾ ਇਫੈਕਟ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਿਸ ਦਾ ਅਸਰ ਪੈਣਾ ਸ਼ੁਰੂ ਹੋਇਆ ਹੈ, ਇਹ ਸਾਡੇ ਸਭ ਦੇ ਸਾਹਮਣੇ। ਜਦੋਂ ਤੋਂ ਬੀਜੇਪੀ ਆਰਐਸਐਸ ਦੀ ਸਰਕਾਰ ਇਸ ਦੇਸ਼ 'ਚ ਆਈ ਹੈ, ਜਦੋਂ ਵੀ ਇਸ ਦੇਸ਼ ਦੇ ਵਿੱਚ ਔਰ ਯਾਰ ਇਸ ਦੇਸ਼ ਦੇ ਉੱਪਰ ਵੱਡੇ ਮੁੱਦੇ ਜਿਹੜੇ ਕਿ ਸਾਡੇ ਦੇਸ਼ ਦੀ ਜਨਤਾ ਦੇ ਵਪਾਰ ਕਰਨ ਵਾਲੇ ਵਰਗ ਨੂੰ, ਖੇਤਾਂ 'ਚ ਕੰਮ ਕਰਨ ਵਾਲੇ ਲੇਬਰ ਵਰਗ ਨੂੰ, ਕਿਸਾਨ ਭਰਾਵਾਂ ਨੂੰ ਕਿਸੇ ਵੀ ਮੁੱਦੇ ਨੇ ਅੱਜ ਤੱਕ ਦੱਬਿਆ। ਜਦੋਂ ਵੀ ਇਸ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਨੇ ਕੋਈ ਮੁੱਦੇ ਨੂੰ ਚੱਕਿਆ ਔਰ ਉਸ ਤੇ ਕਾਂਗਰਸ ਪਾਰਟੀ ਨੇ ਵਿਰੋਧ ਕੀਤਾ, ਚਾਹੇ ਉਹ ਜੀਐਸਟੀ ਦੀ ਗੱਲ ਹੋਵੇ, ਚਾਹੇ ਉਹ ਨੋਟਬੰਦੀ ਦੀ ਗੱਲ ਹੋਵੇ, ਹਮੇਸ਼ਾ ਉਸ ਆਵਾਜ਼ ਨੂੰ ਬੰਦ ਕਰਨ ਦਾ, ਉਸ ਆਵਾਜ਼ ਨੂੰ ਦੱਬਣ ਦਾ ਕੰਮ ਬੀਜੇਪੀ ਤੇ ਆਰਐਸਐਸ ਦੀ ਸਰਕਾਰ ਨੇ, ਉਹਨਾਂ ਦੀ ਨੀਤੀਆਂ ਨੇ ਇਸ ਦੇਸ਼ ਦੇ ਵਿੱਚ ਕੀਤਾ। ਔਰ ਇਹ ਸਾਡੇ ਸਭ ਦੇ ਸਾਹਮਣੇ ਹੈ ਕਿ ਜੀਐਸਟੀ ਤੇ ਨੋਟਬੰਦੀ ਨੇ ਸਾਨੂੰ ਕਿੰਨੇ ਵੱਡੇ ਪੈਮਾਨੇ ਦੀ ਮਾਰ ਸਾਡੇ ਦੇਸ਼ ਦੇ ਲੋਕਾਂ ਨੂੰ ਪਾਈ ਹੈ। ਹੋ ਸਕਦਾ ਕਿ ਜੋ ਜੀਐਸਟੀ ਬਣਨਾ ਸੀ ਇਸ ਦੇਸ਼ ਦੇ ਵਿੱਚ, ਉਹਨੂੰ ਕਿਸ ਤਰ੍ਹਾਂ ਤੋੜ ਮਰੋੜ ਕੇ ਬਣਾਇਆ ਗਿਆ, ਕਿਸ ਤਰੀਕੇ ਨਾਲ ਉਹਦੇ 'ਚ ਅੱਜ ਵੀ ਫੇਰ ਬਦਲ ਹੋ ਰਹੇ ਹਨ। ਇਹ ਗੱਲ ਇਸ ਕਰਕੇ ਦੱਸਣੀ ਜ਼ਰੂਰੀ ਹੈ ਕਿ ਲੋਕਤੰਤਰ ਦੇ ਤਹਿਤ ਸਾਨੂੰ ਸਾਰਿਆਂ ਨੂੰ ਇਸ ਦੇਸ਼ ਦੇ ਵਿੱਚ ਸੰਵਿਧਾਨ ਦੇ ਤਹਿਤ ਸਾਨੂੰ ਰਹਿਣ ਦਾ ਅਧਿਕਾਰ ਮਿਲਿਆ, ਸਾਨੂੰ ਬੋਲਣ ਦਾ ਅਧਿਕਾਰ ਮਿਲਿਆ, ਸਾਨੂੰ ਗਰੀਬ ਲੋਕਾਂ ਨੂੰ ਸਿੱਖਿਆ ਦਾ ਅਧਿਕਾਰ ਮਿਲਿਆ, ਲੋਕਾਂ ਨੂੰ ਕੰਮ ਕਰਨ ਦਾ ਨਰੇਗਾ ਦੇ ਤਹਿਤ ਅਧਿਕਾਰ ਮਿਲਿਆ। ਐਸੇ ਬਹੁਤ ਸਾਰੇ ਕਾਨੂੰਨ ਇਸ ਦੇਸ਼ ਦੇ ਵਿੱਚ ਬਣੇ ਜਿਨ੍ਹਾਂ ਕਾਨੂੰਨਾਂ ਦੇ ਕਰਕੇ ਸਾਡੇ ਦੇਸ਼ ਦੇ ਲੋਕਾਂ ਨੂੰ ਆਪਣੇ ਦੇਸ਼ ਦੇ ਵਿੱਚ ਰਹਿਣ ਵਾਸਤੇ ਮੌਕਾ ਮਿਲਿਆ। ਔਰ ਅੱਜ ਜੇ ਇਸ ਲੋਕਤੰਤਰ ਦੇ ਤਹਿਤ ਸਾਡੇ ਆਵਾਜ਼ ਨੂੰ ਬੰਦ ਕਰਨ ਦਾ ਕੰਮ ਬੀਜੇਪੀ ਆਰਐਸਐਸ ਸਰਕਾਰ ਨੇ ਸਾਡੇ ਦੇਸ਼ ਦੇ ਵਿੱਚ ਸ਼ੁਰੂ ਕੀਤਾ ਹੈ, ਆ ਰਾਹੁਲ ਗਾਂਧੀ ਜੀ ਦੇ ਨਾਲ ਜੋ ਹੋ ਰਿਹਾ ਹੈ, ਇਹ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਲਾਈਵ ਐਗਜ਼ਾਮਪਲ ਹੈ ਜਿਹੜਾ ਕਿ ਲਗਾਤਾਰ ਚੱਲਿਆ ਆ ਰਿਹਾ ਹੈ। ਕਦੇ ਕਿਸੇ ਇਨਸਾਨ ਨੂੰ, ਇੱਕ ਮਿਹਨਤੀ ਕੰਮ ਕਰਨ ਵਾਲੇ ਵਿਅਕਤੀ ਨੂੰ ਇਹ ਕਹਿ ਦੇਣਾ ਕਿ ਉਹ ਪੱਪੂ ਹੈ, ਉਹ ਇਨਸਾਨ ਜਿਹੜਾ ਲੋਕਾਂ ਦੀ ਆਵਾਜ਼ ਨੂੰ ਲੋਕਾਂ ਵਿੱਚ ਰੱਖਦਾ ਹੈ, ਜਿਹੜਾ ਬੰਦਾ ਲੋਕਾਂ ਦੀ ਆਵਾਜ਼ ਨੂੰ, ਲੋਕਾਂ ਦੇ ਮੁੱਦਿਆਂ ਨੂੰ ਪਾਰਲੀਮੈਂਟ ਵਿੱਚ ਚੱਕਣ ਦੀ ਗੱਲ ਕਰਦਾ ਹੈ, ਉਸ ਦੀ ਆਵਾਜ਼ ਨੂੰ ਬੰਦ ਕਰਨ ਦੀ ਗੱਲ ਹੋ ਰਹੀ ਹੈ। ਔਰ ਕਿਸ ਪੈਮਾਨੇ ਤੱਕ ਗੱਲ ਚਲੀ ਗਈ ਇਹ ਤੁਸੀਂ ਸਾਰੇ ਅੱਜ ਸਮਝ ਲਓ। ਅੱਜ ਪੂਰਾ ਦੇਸ਼ ਇਸ ਗੱਲ ਦੇ ਵਿੱਚ ਜੂਝ ਰਿਹਾ ਹੈ। ਆ ਤੁਸੀਂ ਦੇਖੋ, ਰਾਹੁਲ ਜੀ ਨੇ ਭਾਰਤ ਜੋੜੋ ਯਾਤਰਾ ਚਾਲੂ ਕਰਨ ਦੀ, ਸ਼ੁਰੂਆਤ ਕਰਨ ਦੀ ਕੋਸ਼ਿਸ਼ ਜਦੋਂ ਕੀਤੀ ਜਾਂ ਉਹਦਾ ਪਲਾਨ ਅਨਵੀਲ ਕੀਤਾ, ਉਸ ਗੱਲ ਨੂੰ ਦੇਸ਼ ਦੀ ਜਨਤਾ ਦੇ ਮੂਹਰੇ ਭਾਰਤ ਜੋੜੋ ਯਾਤਰਾ ਦਾ ਕਿਸ ਤਰ੍ਹਾਂ ਕੰਨਿਆ ਕੁਮਾਰੀ ਤੋਂ ਲੈ ਕੇ ਸ਼੍ਰੀਨਗਰ ਤੱਕ ਦੀ ਇਹ ਯਾਤਰਾ ਚੱਲਣੀ ਹੈ, ਉਸ ਦੀ ਗੱਲ ਰੱਖੀ ਤਾਂ ਸਭ ਤੋਂ ਪਹਿਲਾਂ ਬੀਜੇਪੀ ਦੀ ਸਰਕਾਰ ਨੇ ਉਸ ਯਾਤਰਾ ਨੂੰ ਰੋਕਣ ਵਾਸਤੇ ਕੋਵਿਡ ਦਾ ਬਹਾਨਾ ਮਾਰ ਕੇ ਉਸ ਦੇ ਉੱਪਰ ਸਾਡੀ ਕਾਂਗਰਸ ਪਾਰਟੀ ਨੂੰ ਚਿੱਠੀ ਲਿਖੀ। ਕੀ ਮਕਸਦ ਸੀ? ਇਹ ਮਕਸਦ ਸੀ ਕਿ ਅਗਰ ਰਾਹੁਲ ਗਾਂਧੀ ਜੀ ਇਸ ਦੇਸ਼ ਦੇ ਕੱਲੇ-ਕੱਲੇ ਸੂਬੇ ਦੇ ਕੱਲੇ-ਕੱਲੇ ਜ਼ਿਲ੍ਹੇ ਦੇ ਲੋਕਾਂ ਦੀ ਆਵਾਜ਼ ਤੇ ਦਰਦ ਨੂੰ ਸੁਣਨ ਵਾਸਤੇ ਪੂਰੇ ਹਿੰਦੁਸਤਾਨ ਦੇ ਵਿੱਚ ਜਾਣਗੇ ਤਾਂ ਉਹਨਾਂ ਕੋਲੇ ਲੋਕਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਨੂੰ ਲੋਕਾਂ ਦੀ ਪੀੜਾ ਤੇ ਲੋਕਾਂ ਦੇ ਦਰਦ ਬਾਰੇ ਸਮਝ ਆਊਗਾ। ਔਰ ਤੁਹਾਡੇ ਉਹ ਵੀ ਦਿਨ ਯਾਦ ਹੋਣਾ ਕਿ ਜਿਸ ਦਿਨ ਰਾਹੁਲ ਜੀ ਨੇ ਜੋ ਗੱਲਾਂ ਭਾਰਤ ਜੋੜੋ ਯਾਤਰਾ ਦੇ ਸਮੇਂ ਲੋਕਾਂ ਨੇ ਉਹਨਾਂ ਕੋਲ ਕੀਤੀਆਂ, ਕਿਸੇ ਭੈਣ ਨੇ ਕੀਤੀ, ਕਿਸੇ ਮਾਂ ਨੇ ਕੀਤੀ, ਉਹਨਾਂ ਨੇ ਆਪਣੀ ਡੋਮੈਸਟਿਕ ਵਾਇਲੈਂਸ ਦੀ ਗੱਲ ਕੀਤੀ, ਤੇ ਜਦੋਂ ਰਾਹੁਲ ਜੀ ਨੇ ਇਸ ਗੱਲ ਨੂੰ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਰੱਖਿਆ ਤਾਂ 3 ਵਾਰ ਦਿੱਲੀ ਪੁਲਿਸ ਨੇ ਆ ਕੇ ਰਾਹੁਲ ਜੀ ਦੇ ਘਰ ਦੇ ਉੱਪਰ ਘੇਰਾ ਮਾਰ ਕੇ ਉਹਨਾਂ ਤੋਂ ਪੁੱਛਤਾਛ ਸ਼ੁਰੂ ਕੀਤੀ। ਕੀ ਮਕਸਦ ਸੀ ਇਸ ਗੱਲ ਦਾ?
ਇੱਕੋ ਹੀ ਮਕਸਦ ਸੀ ਕਿ ਕਿਸ ਤਰੀਕੇ ਨਾਲ ਉਸ ਇਨਸਾਨ ਦੀ ਉਸ ਆਵਾਜ਼ ਨੂੰ ਬੰਦ ਕੀਤਾ ਜਾਵੇ। ਔਰ ਤੁਹਾਡੇ ਵੀ ਯਾਦ ਹੋਣਾ, ਇੱਕ ਲਿਸਟ ਮੰਗੀ ਗਈ, ਇਹ ਕਿਹਾ ਗਿਆ ਕਿ ਤੁਸੀਂ ਇਹ ਦੱਸੋ ਕਿ ਪੂਰੀ ਭਾਰਤ ਜੋੜੋ ਯਾਤਰਾ ਦੇ ਵਿੱਚ ਕਿਹੜੀਆਂ-ਕਿਹੜੀਆਂ ਭੈਣਾਂ ਨੇ ਤੇ ਕਿਹੜੀਆਂ ਮਾਵਾਂ ਨੇ ਕਿਹੜੇ ਜ਼ਿਲ੍ਹੇ ਦੇ ਵਿੱਚ ਤੁਹਾਡੇ ਕੋਲੇ ਆ ਕੇ ਇਸ ਗੱਲ ਦੀ ਫਰਿਆਦ ਕੀਤੀ ਕਿ ਸਾਨੂੰ ਬਹੁਤ ਸਾਡੇ ਨਾਲ ਧੱਕਾਸ਼ਾਹੀ ਹੋ ਰਹੀ ਹੈ, ਜਾਂ ਕਿਸ ਲੋਕ ਨੇ ਆਪਣੇ। ਔਰ ਤੁਹਾਡੇ ਵੀ ਯਾਦ ਹੋਣਾ ਕਿ ਬਹੁਤ ਸਾਰੇ ਜਗ੍ਹਾ ਦੇ ਉੱਪਰ ਰਾਹੁਲ ਜੀ ਨੇ ਭਾਰਤ ਜੋੜੋ ਯਾਤਰਾ ਦੇ ਦੌਰਾਨ ਇਹ ਕਿਹਾ ਸੀ ਕਿ ਬਹੁਤ ਸਾਰੀਆਂ ਭੈਣਾਂ ਨੇ ਮੈਨੂੰ ਆ ਕੇ ਕਿਹਾ ਕਿ ਸਾਡੇ ਨਾਲ ਇਸ ਤਰੀਕੇ ਦਾ ਧੱਕੇਸ਼ਾਹੀ ਹੋ ਰਹੀ ਹੈ, ਪਰ ਇਹ ਗੱਲ ਪੁਲਿਸ ਨੂੰ ਨਾ ਦੱਸਿਓ। ਇੰਨਾ ਮਨ ਦੇ ਵਿੱਚ ਡਰ ਤੇ ਭੈ ਇਸ ਦੇਸ਼ ਦੀ ਜਨਤਾ ਦੇ ਲੋਕਾਂ ਦੇ ਤਹਿਤ ਬਣਿਆ ਹੋਇਆ ਹੈ। ਔਰ ਅੱਜ ਉਸ ਗੱਲ ਦੇ ਤਹਿਤ ਵੀ 2-3 ਵਾਰ ਦਿੱਲੀ ਪੁਲਿਸ ਨੇ ਆ ਕੇ ਉਹਨਾਂ ਨਾਲ ਪੁੱਛਤਾਛ ਕੀਤੀ। ਕੀ ਮਕਸਦ ਸੀ ਇਹ ਤੁਸੀਂ ਸਾਰੇ ਆਪ ਸਮਝ ਸਕਦੇ ਹੋ। ਔਰ ਇਸ ਤੋਂ ਇਲਾਵਾ ਅੱਜ ਜਿਹੜਾ ਗੱਲ ਆਪਾਂ ਅੱਜ ਕਰਨ ਵਾਸਤੇ ਹਾਜ਼ਰ ਹੋਏ ਹਾਂ, ਕਿਉਂਕਿ ਬੁਨਿਆਦੀ ਤੌਰ ਤੇ ਜਿਹੜੀ ਮੈਂ ਗੱਲ ਤੁਹਾਡੇ ਨਾਲ ਕੀਤੀ ਹੈ ਇਸ ਕਰਕੇ ਹੈ ਕਿ ਇਹ ਲਗਾਤਾਰ ਇਹ ਆਕਰਮਣ, ਲਗਾਤਾਰ ਇਹ ਜ਼ੋਰ ਚੱਲ ਰਿਹਾ ਸਰਕਾਰ ਦਾ ਕਿ ਕਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਆਵਾਜ਼ ਨੂੰ ਦੱਬਿਆ ਜਾਵੇ, ਰਾਹੁਲ ਗਾਂਧੀ ਦੀ ਆਵਾਜ਼ ਨੂੰ ਦੱਬਿਆ ਜਾਵੇ। ਔਰ ਹਮੇਸ਼ਾ ਰਾਹੁਲ ਜੀ ਨੇ ਕਦੇ ਕਿਸੇ ਡਰ ਤੋਂ, ਕਿਸੇ ਭੈ ਤੋਂ, ਕਦੇ ਬਿਨਾਂ ਗੱਲ ਤੋਂ ਹਮੇਸ਼ਾ ਲੋਕਾਂ ਦੀ ਆਵਾਜ਼ ਨੂੰ, ਇਸ ਹਿੰਦੁਸਤਾਨ ਦੇ ਲੋਕਾਂ ਦੀ ਆਵਾਜ਼ ਨੂੰ ਹਰ ਸਹੀ ਪਲੇਟਫਾਰਮ ਦੇ ਉੱਪਰ ਮੀਡੀਆ ਦੇ ਰਾਹੀਂ ਰੱਖਣ ਵਾਸਤੇ ਕੀਤੀ। ਔਰ ਮੈਂ ਅੱਜ ਇਸ ਦੀ ਗਿਣਤੀ ਚ ਆਇਆ ਔਰ ਲੋਕਾਂ ਦੇ ਵਾਸਤੇ ਇਹੀ ਇੱਕ ਪਲੇਟਫਾਰਮ ਹੈ। ਔਰ ਜੇ ਅੱਜ ਕਈ ਜਗ੍ਹਾ ਦੇ ਉੱਪਰ ਇਹ ਗੱਲ ਹੁੰਦੀ ਹੈ ਕਿ ਬਹੁਤ ਸਾਰੀਆਂ ਏਜੰਸੀਜ਼ ਨੂੰ, ਬਹੁਤ ਸਾਰੀਆਂ ਇੰਸਟੀਟਿਊਸ਼ਨਸ ਨੂੰ ਸਰਕਾਰ ਯੂਜ਼ ਕਰਦੀ ਹੈ ਲੋਕਾਂ ਦੇ ਮੂੰਹ ਨੂੰ ਬੰਦ ਕਰਨ ਵਾਸਤੇ, ਇਹ ਤੁਸੀਂ ਸਾਰੇ ਆਪ ਜਾਣਦੇ ਹੋ। ਪਰ ਮੈਂ ਸਮਝਦਾ ਕਿ ਅੱਜ ਸਾਡੇ ਬਠਿੰਡੇ ਜ਼ਿਲ੍ਹੇ ਦੇ ਸਾਰੇ ਪੱਤਰਕਾਰ ਭਾਈਚਾਰੇ ਦੇ ਮੇਰੇ ਸਤਿਕਾਰਤ ਸਾਥੀ ਇਸ ਮੁੱਦੇ ਨੂੰ ਕੱਲੇ-ਕੱਲੇ ਜਗ੍ਹਾ ਤੱਕ ਪਹੁੰਚਾਉਣ ਵਾਸਤੇ ਸਾਡਾ ਸਾਥ ਦੇਣਗੇ। ਔਰ ਜਿਸ ਤਰੀਕੇ ਦੇ ਨਾਲ ਆ ਗੁਜਰਾਤ ਦੇ ਵਿੱਚ ਸੂਰਤ ਦਾ ਜਿਹੜਾ ਕੇਸ ਹੋਇਆ, ਕਿਸ ਤਰੀਕੇ ਨਾਲ ਰਾਹੁਲ ਜੀ ਨੇ ਕਿਸ ਦਿਨ ਪਾਰਲੀਮੈਂਟ ਦੇ ਵਿੱਚ ਅਡਾਨੀ ਸਾਹਿਬ ਦੀ ਕੰਪਨੀਆਂ ਬਾਰੇ ਗੱਲ ਕੀਤੀ, ਕਿਸ ਤਰੀਕੇ ਨਾਲ ਅਡਾਨੀ ਜੀ ਦੇ 20,000 ਕਰੋੜ ਦੀਆਂ ਬਾਹਰਲੀਆਂ ਕੰਪਨੀਆਂ ਜੋ ਸ਼ੈਲ ਕੰਪਨੀਆਂ ਹੈ ਉਹਨਾਂ ਦੇ ਬਾਰੇ, ਉਹਨਾਂ ਦੇ ਪੈਸੇ ਬਾਰੇ ਗੱਲ ਕੀਤੀ। ਔਰ ਕਿਸ ਤਰੀਕੇ ਨਾਲ 2019 ਦੇ ਵਿੱਚ ਜੋ ਭਾਸ਼ਣ ਕਰਨਾਟਕਾਂ ਦੀਆਂ ਚੋਣਾਂ ਦੇ ਵੇਲੇ ਕੋਲਾਰ ਦੇ ਵਿੱਚ ਦਿੱਤਾ ਗਿਆ ਸੀ, ਔਰ ਉਸ ਭਾਸ਼ਣ ਨੂੰ ਚੱਕ ਕੇ ਔਰ ਉਸ ਦਾ ਪਰਚਾ ਸੂਰਤ ਦੇ ਵਿੱਚ ਦਰਜ ਕੀਤਾ ਗਿਆ। ਸ਼ਾਇਦ ਉਹਦੇ 2 ਪਰਚੇ ਬਿਹਾਰ ਤੇ ਝਾਰਖੰਡ ਦੇ ਵਿੱਚ ਵੀ ਦਰਜ ਹੋਏ, ਪਰ ਉਸ ਦੇ ਕਾਨੂੰਨੀ ਤੌਰ ਦੇ ਉੱਪਰ ਠੀਕ ਹੈ, ਉਸ ਗੱਲ ਨੂੰ ਕਾਨੂੰਨ ਨੇ ਦੇਖਣਾ ਹੈ। ਪਰ ਆਪਾਂ ਸਾਰੇ ਇਸ ਗੱਲ ਨੂੰ ਸਮਝਦੇ ਹਾਂ ਕਿ ਜਦੋਂ ਕਾਨੂੰਨ ਦੀ ਗੱਲ ਆਉਂਦੀ ਹੈ, ਇਹ ਗੱਲ ਜਦੋਂ ਮਾਨਹਾਨੀ ਦੇ ਪਰਚੇ ਦਰਜ ਕੀਤੇ ਜਾਂਦੇ ਹੈ, ਇੱਕ ਇਨਸਾਨ ਜਿਹਦਾ ਨਾਂ ਮੋਦੀ ਵੀ ਨਹੀਂ ਲੱਗਦਾ ਕਿ ਉਹ ਬੰਦਾ ਇਸ ਗੱਲ ਦੀ FIR ਦਰਜ ਕਰਨ ਵਾਸਤੇ ਉਹ ਲੀਗਲੀ ਰਾਈਟ ਵੀ ਸੀਗਾ ਕਿ ਉਹਦਾ ਉਹ ਪਰਚਾ ਦਰਜ ਕਰਾ ਸਕਦਾ, ਕਿ ਉੱਥੇ ਦੇ ਮੈਜਿਸਟ੍ਰੇਟ ਸਾਹਿਬ ਨੇ ਉਹਦੀ ਪ੍ਰੀਲਿਮਿਨਰੀ ਇਨਕੁਆਇਰੀ ਵਾਸਤੇ ਜੋ ਕਰਨ ਦੀ ਲੋੜ ਸੀ, ਜੋ ਜੱਜ ਸਾਹਿਬ ਦਾ ਆਰਡਰ ਸੀ ਕਿ ਉਹਦੀ ਕੋਈ ਪ੍ਰੀਲਿਮਿਨਰੀ ਇਨਕੁਆਇਰੀ ਵੀ ਹੋਈ। ਇਹ ਸਾਰੀਆਂ ਗੱਲਾਂ ਕਾਨੂੰਨੀ ਹੈ, ਪਰ ਤੁਸੀਂ ਇਸ ਗੱਲ ਨੂੰ ਆਪਾਂ ਨੂੰ ਦੇਖਣ ਦੀ ਲੋੜ ਹੈ ਕਿ ਕਿਸ ਤਰੀਕੇ ਦੇ ਨਾਲ ਜਿਸ ਦਿਨ ਪਾਰਲੀਮੈਂਟ ਦਾ ਭਾਸ਼ਣ ਹੁੰਦਾ ਹੈ ਔਰ ਕਿਸ ਤਰੀਕੇ ਨਾਲ ਜਿਹੜੀ ਯਾਚਿਕਾ 2019 ਦੇ ਵਿੱਚ ਸੂਰਤ ਦੇ ਕੋਰਟ ਦੇ ਵਿੱਚ ਦਾਇਰ ਹੋਈ ਸੀ ਔਰ 2019 ਦੀ ਗੱਲ ਤੋਂ ਬਾਅਦ 2021 ਚ ਰਾਹੁਲ ਗਾਂਧੀ ਜੀ ਉਸ ਗੱਲ ਦੇ ਵਿੱਚ ਪੇਸ਼ ਹੋਏ ਔਰ 2022 ਦੇ ਵਿੱਚ ਜਿਸ ਬੰਦੇ ਨੇ ਉਹ FIR ਦਰਜ ਕੀਤੀ ਸੀ ਉਸੇ ਨੇ ਜਾ ਕੇ ਹਾਈ ਕੋਰਟ ਤੋਂ ਸਟੇ ਲੈ ਲਿਆ ਕਿ ਇਸ ਗੱਲ ਦੇ ਉੱਪਰ ਸਟੇ ਕਰ ਦਿਓ। ਔਰ ਜਿੱਦਣ ਰਾਹੁਲ ਗਾਂਧੀ ਜੀ ਪਾਰਲੀਮੈਂਟ ਦੇ ਵਿੱਚ ਅਡਾਨੀ ਦਾ ਭਾਸ਼ਣ, ਅਡਾਨੀ ਦੇ ਖਿਲਾਫ ਮੋਦੀ ਜੀ ਦੇ ਬਾਰੇ ਨੂੰ ਗੱਲ ਕਰਦੇ ਆ, ਉਹਦੇ ਸਹੀ 9 ਦਿਨ ਤੋਂ ਬਾਅਦ ਉਹੀ ਇਨਸਾਨ ਜਾ ਕੇ ਹਾਈ ਕੋਰਟ ਦੇ ਵਿੱਚ ਆਪਣੀ ਉਸੇ ਪਟੀਸ਼ਨ ਨੂੰ ਦੁਬਾਰਾ ਚਾਲੂ ਕਰਨ ਵਾਸਤੇ ਆਪਣੀ ਐਪਲੀਕੇਸ਼ਨ ਦਿੰਦਾ ਹੈ ਔਰ ਨਾਲ ਦੀ ਨਾਲ ਇਹ ਹਦਾਇਤ ਕਰਾਉਂਦਾ ਥਰਡੀ ਕੋਰਟ ਨੂੰ ਕਿ ਤੁਸੀਂ ਇਸ ਦੇ ਉੱਪਰ ਸੁਣਵਾਈ ਕਰੋ। ਔਰ 9 ਦਿਨਾਂ ਦੇ ਬਾਅਦ ਜਦੋਂ ਉਸ ਦੀ ਕਾਰਵਾਈ ਚੱਲਦੀ ਹੈ ਤੇ ਸਹੀ 23 ਦਿਨਾਂ ਬਾਅਦ 2 ਸਾਲ ਦੀ ਸਜ਼ਾ ਰਾਹੁਲ ਗਾਂਧੀ ਜੀ ਨੂੰ ਉਸ ਕੇਸ ਦੇ ਵਿੱਚ ਸੁਣਾਈ ਜਾਂਦੀ ਹੈ, ਜਿਸ ਦਾ ਮੈਂ ਸਮਝਦਾ ਕਿ ਕਾਨੂੰਨ ਜੋ ਸਾਡੀ ਇਸ ਪੂਰੇ ਸਾਡੇ ਅਦਾਰਾ ਹੈ, ਕਾਨੂੰਨੀ ਅਦਾਰਾ ਹੈ, ਉਹ ਇਸ ਗੱਲ ਨੂੰ ਦੇਖ ਰਿਹਾ ਹੈ। ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਬੀਜੇਪੀ ਨੂੰ ਕਿੰਨੀ ਹਲਬਲੀ ਮਚੀ ਪਈ ਹੈ। ਉਹ ਕਹਿੰਦੇ ਜੀ ਰਾਹੁਲ ਗਾਂਧੀ ਜੀ ਕਿਉਂ ਆਪਣੀ ਅਪੀਲ ਫਾਈਲ ਨਹੀਂ ਕਰ ਰਹੇ? ਅੱਜ ਕਿਉਂਕਿ 3 ਦਿਨ ਹੋ ਗਏ ਪੂਰਾ ਦੇਸ਼ ਆਵਾਮ ਦੀ ਆਵਾਜ਼ ਰਾਹੁਲ ਗਾਂਧੀ ਨਾਲ ਜੁੜੀ ਹੈ। ਅੱਜ ਹਰ ਆਦਮੀ ਇਹ ਸੋਚ ਰਿਹਾ ਹੈ ਕਿ ਉਸ ਬੰਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ। ਔਰ ਇਸ ਗੱਲ ਨੂੰ ਤੁਸੀਂ ਅੱਜ ਤੱਕ ਦੇਖਿਆ ਕਿ ਕਦੇ ਕਿਸੇ ਕੋਰਟ ਦਾ ਆਰਡਰ ਅੱਜ ਇਸ਼ੂ ਹੋਇਆ ਹੋਵੇ ਤੇ ਵਿਦਿਨ 24 ਆਵਰਸ ਉਹਦੀ ਮੈਂਬਰਸ਼ਿਪ ਰੱਦ ਕੀਤੀ ਗਈ ਹੋਵੇ। ਕਿਉਂ ਅੱਜ ਇੰਟਰਨੈਸ਼ਨਲ ਪੋਲਿਟਿਕਸ ਖੜੀ ਹੋਈ ਹੈ? ਅੱਜ ਅਗਰ ਅमेरिका खड़ा होया, ਅੱਜ ਅਗਰ ਜਰਮਨੀ ਨੇ ਰਾਹੁਲ ਗਾਂਧੀ ਦੀ ਸਪੋਰਟ ਦੇ ਵਿੱਚ ਆ ਕੇ ਗੱਲ ਕੀਤੀ ਹੈ ਤੇ ਬੀਜੇਪੀ ਦੇ ਹਲਚਲੀ ਮਚੀ ਹੋਈ ਹੈ। ਔਰ ਅੱਜ ਬੀਜੇਪੀ ਇਹ ਸੋਚ ਰਹੀ ਹੈ, ਅੱਜ ਬੀਜੇਪੀ ਇਸ ਗੱਲ ਦੇ ਉੱਪਰ ਬੜਾ ਫਿਕਰ ਕਰ ਰਹੀ ਹੈ ਕਿ ਰਾਹੁਲ ਗਾਂਧੀ ਜੀ ਕਿਉਂ ਰਿਲੀਫ ਵਾਸਤੇ ਕੋਰਟ ਦੇ ਵਿੱਚ ਅਪਲਾਈ ਨਹੀਂ ਕਰ ਰਹੇ। ਔਰ ਉਹਨਾਂ ਨੇ ਦੂਜੇ ਪਾਸੇ ਕੀ ਕਿਹਾ
ਕਿ ਮੈਂ ਕੋਰਟ ਦੇ ਵਿੱਚ ਅਪਲਾਈ ਰਿਲੀਫ ਵਾਸਤੇ ਕਰੂੰਗਾ, ਪਰ ਮੈਂ ਹਲੇ ਆਪਣੀ ਲੀਗਲ ਸਲਾਹਕਾਰਾਂ ਦੇ ਨਾਲ ਸਲਾਹ ਕਰਕੇ ਪੱਕੇ ਪੈਰੀ ਹੋ ਕੇ ਹੀ ਮੈਂ ਆਪਣੀ ਇਸ ਦੇ ਉੱਪਰ ਰਿਲੀਫ ਵਾਸਤੇ ਅਪਲਾਈ ਕਰੂੰਗਾ। ਸੋ ਮੈਂ ਇਹ ਸਮਝਦਾ ਕਿ ਅੱਜ ਜਿਸ ਤਰ੍ਹਾਂ ਲੋਕਤੰਤਰ ਦਾ ਘਾਣ ਕਰਨ ਵਾਲੀ ਇਸ ਸਰਕਾਰ ਦੇ ਉੱਪਰ ਇਲਜ਼ਾਮ ਲੱਗਦਾ ਕਿ ਅਗਰ ਅਸੀਂ ਅੱਜ ਇਹ ਸਾਡੇ ਸਾਹਮਣੇ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਰਾਹੁਲ ਜੀ ਦੀ ਮੈਂਬਰਸ਼ਿਪ ਨੂੰ ਰੱਦ ਕੀਤਾ ਹੈ, ਕਿਉਂਕਿ ਉਸ ਇਨਸਾਨ ਨੇ ਜਦੋਂ ਕੈਂਬਰਿਜ ਦੇ ਵਿੱਚ ਜਾ ਕੇ ਭਾਸ਼ਣ ਦਿੱਤਾ ਔਰ ਉਸ ਤੋਂ ਬਾਅਦ ਮੈਂ ਉਸ ਦੌਰੇ ਦੇ ਵਿੱਚ ਮੈਂ ਹਾਜ਼ਰ ਸੀ ਔਰ ਬਾਅਦ ਦੇ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਦਾ ਪ੍ਰੋਗਰਾਮ ਹੋਇਆ ਔਰ ਕਿੰਨੇ ਵੱਡੇ ਜਜ਼ਬੇ ਦੇ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਨੇ ਤੇ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੀ ਚਰਚਾ ਹੋਈ ਕਿ ਕਿਸ ਤਰ੍ਹਾਂ ਭਾਰਤ ਜੋੜੋ ਯਾਤਰਾ ਦੇ ਬਾਰੇ ਬਹੁਤ ਸਾਰੇ ਉੱਥੇ ਦੇ ਐਮਪੀਜ਼ ਨੇ ਉਹਨਾਂ ਨਾਲ ਡਿਸਕਸ਼ਨ ਕੀਤੀ ਔਰ ਕਿਸ ਤਰੀਕੇ ਨਾਲ ਉਸ ਗੱਲ ਨੂੰ ਤੋੜ ਮਰੋੜ ਕੇ ਸਾਡੇ ਦੇਸ਼ ਦੇ ਵਿੱਚ ਕਿਹਾ ਗਿਆ ਉਹ ਸਾਨੂੰ ਪਤਾ ਹੈ। ਔਰ ਜਦੋਂ ਰਾਹੁਲ ਜੀ ਨੇ ਲੰਡਨ ਤੋਂ ਵਾਪਸ ਆ ਕੇ ਆਪਣੀ ਗੱਲ ਨੂੰ ਸਪਸ਼ਟ ਕਰਨ ਵਾਸਤੇ ਪਾਰਲੀਮੈਂਟ ਦੇ ਵਿੱਚ ਆਪਣੀ ਗੱਲ ਰੱਖਣ ਲਈ ਕਿਹਾ ਤਾਂ ਕਦੇ ਅੱਜ ਤੱਕ ਦੇਖਿਆ 10 ਸਾਲ ਮਨਮੋਹਨ ਸਿੰਘ ਦੀ ਸਰਕਾਰ ਵੀ ਰਹੀ, 5 ਸਾਲ ਮੈਨੂੰ ਵੀ ਉਸ ਸਰਕਾਰ ਦੇ ਵਿੱਚ ਐਮਪੀ ਬਣ ਕੇ ਕੰਮ ਕਰਨ ਦਾ ਮੌਕਾ ਮਿਲਿਆ। ਕਦੇ ਵੀ ਸਰਕਾਰ ਦੇ ਵਿੱਚ ਵੱਲੋਂ ਐਸੀ ਕੋਸ਼ਿਸ਼ ਨਹੀਂ ਹੁੰਦੀ ਸੀ ਕਿ ਪਾਰਲੀਮੈਂਟ ਨਾ ਚਲਾਈ ਜਾਵੇ, ਹਮੇਸ਼ਾ ਸਰਕਾਰ ਦੀ ਕੋਸ਼ਿਸ਼ ਹੁੰਦੀ ਸੀ। ਉਸ ਵੇਲੇ ਬੀਜੇਪੀ ਆਪੋਜੀਸ਼ਨ ਪਾਰਟੀ ਸੀ, ਬੀਜੇਪੀ ਦੇ ਲੀਡਰ ਸਾਹਿਬਾਨ ਵੀ ਮੁੱਦੇ ਚੱਕਿਆ ਕਰਦੇ ਸੀ ਤੇ ਸਾਡੀ ਸਰਕਾਰ ਦੀ ਇੱਕੋ ਹੀ ਕੋਸ਼ਿਸ਼ ਹੁੰਦੀ ਸੀ ਕਿ ਭਾਵੇਂ ਸਰਕਾਰ ਨੂੰ ਭਾਵੇਂ ਨੀਵਾਂ ਹੋਣਾ ਪੈ ਜਾਏ ਪਰ ਸੰਸਦ ਚੱਲਣੀ ਚਾਹੀਦੀ ਹੈ। ਲੇਕਿਨ ਇਸ ਵੇਲੇ ਤਾਂ ਵਿਪਰੀਤ ਗੱਲ ਹੋ ਗਈ ਕਿ ਅਗਰ ਅਡਾਨੀ ਦੀ ਗੱਲ ਰਾਹੁਲ ਗਾਂਧੀ ਨੇ ਚੱਕ ਲਈ, ਅਡਾਨੀ ਦੀ ਕੰਪਨੀਆਂ ਦੀ ਗੱਲ ਰਾਹੁਲ ਗਾਂਧੀ ਨੇ ਚੱਕ ਲਈ, ਤਾਂ ਅੱਜ ਰਾਹੁਲ ਗਾਂਧੀ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਪਾਰਲੀਮੈਂਟ ਦੇ ਵਿੱਚੋਂ ਲਗਾਤਾਰ ਵਾਕਆਊਟ ਹੋ ਰਿਹਾ। ਹਿੰਦੁਸਤਾਨ ਦੀ ਪਾਰਲੀਮੈਂਟ ਹਿੰਦੁਸਤਾਨ ਦੀ ਸਰਕਾਰ ਨਹੀਂ ਚੱਲਣ ਦੇ ਰਹੀ। ਕਦੇ ਐਸਾ ਲੋਕਤੰਤਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਦੇ ਇਤਿਹਾਸ ਹੋਇਆ ਹੋਣਾ, ਪਰ ਲੇਕਿਨ ਇਸ ਗੱਲ ਤੋਂ ਸਮਝ ਆਉਂਦਾ ਹੈ ਕਿ ਚਾਹੇ ਰਾਹੁਲ ਗਾਂਧੀ ਜੀ ਨੇ ਕੈਂਬਰਿਜ ਵਿੱਚ ਬੋਲਿਆ, ਚਾਹੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਵਿੱਚ ਆ ਕੇ ਉੱਥੇ ਵੀ ਇੱਕ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਵੀ ਇੱਕ ਪੱਤਰਕਾਰ ਭਾਈ ਨੇ ਇਹ ਸਵਾਲ ਚੱਕਿਆ ਸੀ और उसके वो जवाब में राहुल जी ने एक गल कही कि क्या आपने मेरे भाषण को क्या आपने खुद सुना है, और उन्होंने बोला नहीं मैंने सुना नहीं, पर मैंने लोगों से सुना है कि आपने वहां पर कोई अपने देश के बारे में गलत कहा है। तो उन्होंने बोला पहले आप सुनिए फिर आप इस बात के ऊपर सवाल करना कि क्या मैंने उसके अंदर कोई अपने देश के बारे में कोई गलत बात कही है कि नहीं कही। सो मैं उस गल दे विच नहीं जाना चाहता, पर मैं ये गल जरूर कहना चाहना कि अगर अज अमरीका ते जर्मनी ते बाकी देशों के लोगों ने आके सहमति दी है, जे अज पूरे हिंदुस्तान की संगत या साडे हिंदुस्तान के लोग अज राहुल गांधी के नाल इस मौके के ऊपर खड़े हुए हैं, वो इसे करके है कि इस सूबे की इस देश की सरकार ने राहुल जी नाल उन्हां दी मैंबरशिप नूं रद्द करके और किस तरीके नाल उस कोर्ट की कार्रवाई दे विच जिथे जिस इंसान दे नौ दे नाल मोदी भी नहीं लगता उस दे उपर कार्रवाई करके उन्होंने 2 साल की सजा की है। ते अज देखो किहड़े लोगों की मदद लैण की गल हो रही है बीजेपी वालों, नीरव मोदी। किस बंदे की गल हो रही है? ललित मोदी। ये वो लोग हैं जिन्होंने बीजेपी की सरकार ने इस देश की जनता नाल वादा किया सी कि असीं इन्हां नूं बाहरों लैके आवांगे और इन्हां दे बनदी कार्रवाई करावांगे। अज उन्हां तों डेफेमेशन सूट पाउण दी गल करन वास्ते बीजेपी उन्हां नूं अप्रोच कर रही है। और तां उन्हां दे स्टेटमेंट्स आए हैं कि सानूं बीजेपी की सरकार उन्हां दे स्टेटमेंट्स आए हैं कि असीं भी मानहानि का पर्चा राहुल गांधी दे दायर करने वास्ते अपनी याचिका तैयार कर रहे हैं। सो मैं ये जरूर समझदा कि अज दा जो ये मुद्दा है जिस दे उपर राहुल जी दे नाल इन्ने वड्डे पद्धर ते धक्का किया जा रहा है, जो इंसान लोगों की आवाज़ नूं हिंदुस्तान की पार्लीमेंट दे विच, और उन्होंने एको गल कही कि मैनूं हिंदुस्तान, मैं एक लोक सभा का मैंबर है, मैनूं हिंदुस्तान की पार्लीमेंट दे विच अपनी गल नूं क्लैरीफाई करने वास्ते मैनूं बोलण का मौका देना चाहिए। पर लेकिन उन्हां दी गल नूं ना सुन के बीजेपी के एमपीज़ ने वॉकआउट करके अपने उन्हां दी आवाज़ नूं बंद करने का काम पार्लीमेंट दे विच कीता कि संसद चले ना। इस तो आपां आप साफ समझ आ जाता है। और अज जे पूरे देश दियां सारियां राजनीतिक दल जिहड़े बीजेपी तो अड्ड हैं वो सारे इकट्ठे होकर क्यों राहुल गांधी की सपोर्ट दे विच आए हैं? ये सारियां चीज़ां साडे वास्ते बहुत सानू बड़े वड्डे पद्धर का संकेत दिंदियां। और मैं समझदा और उम्मीद करदा, मैनूं विश्वास है कि तुसीं सारे भी साडे इस गल दे विच इस धक्केशाही जो बीजेपी दी ते आरएसएस दी सरकार इस सूबे दी इस देश की सरकार दे इशारे दे उपर हो रहा है उसके ऊपर साडा साथ दोगे और इस गल नूं घर घर पहुंचाने वास्ते साडी मदद करोगे। और मैं उम्मीद करदा कि आने वाले समय दे विच जरूर बहुत सारे लखां करोड़ां लोगों दीयां जिहड़ियां आस्थावां या जिहड़ियां भावनां या जिहड़ियां अरदासां जिहड़ियां इस राहुल गांधी जी दे मुद्दे दे नाल उन्हां नाल जुड़ियां
ਤੇ ਉਹਨਾਂ ਨੂੰ ਵੱਡੇ ਪੱਧਰ ਦਾ ਰਿਲੀਫ ਆਉਣ ਵਾਲੇ ਸਮੇਂ 'ਚ ਕੋਰਟ 'ਚੋਂ ਮਿਲੇ। ਉਸ ਨਾਲ ਜੁੜੀਆਂ ਤਾਂ ਜ਼ਰੂਰ ਪ੍ਰਮਾਤਮਾ ਉਸ ਗੱਲ ਦੇ ਉੱਪਰ ਮਿਹਰ ਕਰੂਗਾ। ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ, ਉੱਥੇ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਕਰਦਾ ਕਿ ਕਿਸੇ ਵੀ ਪੱਤਰਕਾਰ ਭਰਾ ਦੇ ਮਨ 'ਚ ਕੋਈ ਸਵਾਲ ਹੋਵੇ ਉਹ ਆਪਣੀ ਗੱਲ ਮੇਰੇ ਨਾਲ ਰੱਖ ਸਾਂਝ ਕਰ ਸਕਦਾ। ਮੈਂ ਕੋਸ਼ਿਸ਼ ਕਰਾਂਗਾ ਤੁਹਾਡੀ ਗੱਲ ਦਾ ਜਵਾਬ ਦੇ ਸਕਾਂ। ਪਾਰਟੀ ਵੱਲੋਂ ਅੱਗੇ ਹੁਣ ਕੀ ਕੀਤਾ ਜਾਏਗਾ? ਕੋਈ ਸੰਘਰਸ਼ ਦੀ ਰੂਪਰੇਖਾ ਜਾਂ ਕੋਈ ਹੋਰ ਪਲਾਨ ਹੈ? ਦੇਖੋ, ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਾਂ ਜਦੋਂ ਤੋਂ ਇਹ ਮੁੱਦਾ ਚੱਲਿਆ ਹੈ, ਉਦੋਂ ਤੋਂ ਪਹਿਲਾਂ ਪਾਰਲੀਮੈਂਟ ਦੇ ਵਿੱਚ ਇਸ ਗੱਲ ਦਾ ਪ੍ਰੋਟੈਸਟ ਹੋਇਆ, ਪਾਰਲੀਮੈਂਟ ਦੇ ਬਾਹਰ ਵਾਕ ਹੋਈ, ਔਰ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਸੂਬਾ ਪੱਧਰ ਦੀਆਂ ਪ੍ਰੈਸ ਕਾਨਫਰੰਸਿਸ ਹੋਈਆਂ ਤਾਂ ਕਿ ਇਹ ਮੁੱਦਾ ਪਹਿਲਾਂ ਲੋਕਾਂ ਤੱਕ ਚੰਗੇ ਤਰੀਕੇ ਨਾਲ ਪਹੁੰਚ ਸਕੇ, ਲੋਕਾਂ ਨੂੰ ਉਸ ਗੱਲ ਦਾ ਸਮਝ ਆ ਸਕੇ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਸਾਲ ਦੇ ਵਿੱਚ ਕੇਸ ਦਰਜ ਹੋਇਆ, ਕੀ ਇਹਦੀ ਇਹਦੇ ਚ ਕਾਨੂੰਨੀ ਤੌਰ ਦੇ ਉੱਪਰ ਕੀ ਪੁਆਇੰਟਸ ਹੈ, ਕਿਸ ਤਰੀਕੇ ਨਾਲ ਇਹ ਗਲਤ ਤਰੀਕੇ ਨਾਲ ਹੋਇਆ, ਔਰ ਕਿਸ ਤਰੀਕੇ ਨਾਲ 2 ਸਾਲ ਬਾਅਦ ਜਦੋਂ ਰਾਹੁਲ ਗਾਂਧੀ ਜੀ ਇਸ ਕੇਸ 'ਚ ਪੇਸ਼ ਹੋ ਗਏ ਸੀ ਤੇ ਉਹਦੇ ਜਦੋਂ ਭਾਸ਼ਣ ਹੋਇਆ ਅਡਾਨੀ ਦੇ ਬਾਰੇ ਰਾਹੁਲ ਜੀ ਨੇ ਬੋਲਿਆ ਤੇ ਉਸ ਦੇ 9 ਦਿਨਾਂ ਬਾਅਦ ਹੀ ਇਸ ਗੱਲ ਨੂੰ ਦੁਬਾਰਾ ਚੱਕਿਆ ਗਿਆ। ਹਾਈ ਕੋਰਟ ਦੇ ਵਿੱਚ ਜਾ ਕੇ ਇਸ ਗੱਲ ਨੂੰ ਕਿਹਾ ਗਿਆ ਕਿ ਅਸੀਂ ਉਹ ਜਿਹੜੀ ਸਟੇ ਮੰਗੀ ਸੀ ਉਹਨੂੰ ਦੁਬਾਰਾ ਬਰਕਰਾਰ ਕੀਤਾ ਜਾਵੇ ਤੇ ਇਸ ਮੈਟਰ ਨੂੰ ਦੁਬਾਰਾ ਐਗਜ਼ਾਮਿਨ ਕੀਤਾ ਜਾਵੇ ਤੇ ਉਹਦੇ 23 ਦਿਨਾਂ ਬਾਅਦ ਹੀ 2 ਸਾਲ ਦੀ ਸਜ਼ਾ ਦਿੱਤੀ ਜਾਂਦੀ ਹੈ। ਤਾਂ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਇਹ ਕਾਰਵਾਈ ਹੋਈ ਹੈ, ਇਸ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਪ੍ਰੋਗਰਾਮ ਚੱਲ ਰਿਹਾ ਹੈ ਔਰ ਉਸ ਤੋਂ ਬਾਅਦ ਇਹ ਸਾਰੇ ਪ੍ਰੋਟੈਸਟ ਸੂਬਾ ਪੱਧਰ ਤੇ, ਜ਼ਿਲ੍ਹਾ ਪੱਧਰ ਤੇ, ਬਲਾਕ ਪੱਧਰ ਦੇ ਉੱਪਰ ਕੱਲੇ ਘਰ ਤੱਕ ਇਸ ਗੱਲ ਨੂੰ ਪਹੁੰਚਾਉਣ ਵਾਸਤੇ ਰਣਨੀਤੀ ਕਾਂਗਰਸ ਪਾਰਟੀ ਦੀ ਅਗਲੇ 1 ਮਹੀਨੇ ਦੀ ਤਿਆਰ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਹਰ ਰੋਜ਼ ਇਸ ਮੁੱਦੇ ਨੂੰ ਘਰ ਪਹੁੰਚਾਉਣ ਵਾਸਤੇ ਕੰਮ ਚੱਲੇਗਾ। ਤਾਂ ਮੁੱਦਾ ਰਹੇਗਾ ਜ਼ਮਾਨਤ ਲੈਣਗੇ ਜਾਂ ਪੇਸ਼ ਹੋਣਗੇ? ਇਹ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਰਾਹੁਲ ਜੀ ਨੇ ਇਹ ਗੱਲ, ਕਿਉਂਕਿ ਅੱਜ ਬੀਜੇਪੀ ਦੇ ਵਿੱਚ ਹਲਚਲ ਮਚੀ ਪਈ ਹੈ ਔਰ ਉਹ ਸੋਚ ਰਹੇ ਕਿ ਉਹ ਕਿਉਂ ਹਾਇਰ ਕੋਰਟ ਦੇ ਵਿੱਚ ਜਾ ਕੇ ਰਿਲੀਫ ਵਾਸਤੇ ਅਪਲਾਈ ਨਹੀਂ ਕਰ ਰਹੇ ਔਰ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਲੀਗਲ ਟੀਮ ਨਾਲ ਰਾਏ ਕਰ ਰਿਹਾ ਕਿਉਂਕਿ ਮੈਨੂੰ 30 ਦਿਨ ਦਾ ਟਾਈਮ ਮਿਲਿਆ ਤਾਂ ਮੈਂ 30 ਦਿਨ 'ਚ ਕਦੇ ਵੀ ਆਪਣੀ ਯਾਚਿਕਾ ਫਾਈਲ ਕਰ ਸਕਦਾ, ਮੈਂ ਆਪਣੀ ਅਪੀਲ ਫਾਈਲ ਕਰ ਸਕਦਾ। ਤਾਂ ਹੀ ਇਜ਼ ਟ੍ਰਾਈਂਗ ਟੂ ਫਾਈਂਡ ਆਊਟ ਦੈਟ ਮੈਟਰ ਤੇ ਮੈਂ ਸਮਝਦਾ ਕਿ ਇਸ ਮੁੱਦੇ ਤੇ ਮੈਂ ਕਮੈਂਟ ਕਰਦਾ ਚੰਗਾ ਲੱਗਦਾ ਕਿ ਉੱਥੇ ਕੀ ਰਾਏ ਆਉਂਦੀ ਹੈ ਔਰ ਹਲੇ ਵਕਤ ਹੈਗਾ ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਵੀ ਉਹ ਕਦ ਆਪਣੀ ਅਪੀਲ ਫਾਈਲ ਕਰ ਰਹੇ ਹੈ ਜਾਂ ਉਹਨਾਂ ਦੀ ਕੀ ਰਣਨੀਤੀ। ਸਿੰਗਲਾ ਸਾਹਿਬ ਜਿਹੜੇ ਇੱਕ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਪਿਛਲੇ ਕੁਝ ਦਿਨਾਂ ਤੋਂ ਅੰਮ੍ਰਿਤਪਾਲ ਨੂੰ ਲੈ ਕੇ ਇੱਕ ਤਰ੍ਹਾਂ ਦਾ ਦਹਿਸ਼ਤ ਦਾ ਮਾਹੌਲ ਕਹਿ ਸਕਦੇ ਹਾਂ ਆਪਾਂ, ਕੀ ਟਿੱਪਣੀ ਹੈ ਕਾਂਗਰਸ ਪਾਰਟੀ? ਦੇਖੋ, ਮੈਂ ਤਾਂ ਸਿਰਫ ਇੱਕੋ ਗੱਲ ਕਹਿਣਾ ਚਾਹੁੰਦਾ, ਇਹ ਸਾਡਾ ਸੂਬਾ ਹੈ, ਇਸ ਸੂਬੇ ਨੇ ਪਹਿਲਾਂ ਬੜਾ ਸੰਤਾਪ ਹੋ ਗਿਆ, ਸੂਬੇ ਦਾ ਬੜਾ ਨੁਕਸਾਨ ਹੋਇਆ ਤੇ ਜੋ ਚੱਲ ਰਿਹਾ ਹੈ ਇਹ ਸਾਡੇ ਪੰਜਾਬ ਦੇ ਸੂਬੇ ਵਾਸਤੇ ਠੀਕ ਨਹੀਂ ਹੈ। ਸਰਕਾਰ ਨੂੰ ਜ਼ਿੰਮੇਵਾਰੀ ਦੇ ਨਾਲ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਕਿਉਂਕਿ ਜਿਹੜੇ ਲੋਕ ਘਰਾਂ 'ਚ ਬੈਠ ਕੇ ਆਪਣੇ ਮਨ 'ਚ ਇਸ ਗੱਲ ਦਾ ਡਰ ਤੇ ਭੈ ਲੈ ਕੇ ਬੈਠੇ ਹੈ, ਉਸ ਡਰ ਨੂੰ ਦੂਰ ਕਰਨਾ ਚਾਹੀਦਾ ਔਰ ਜੇ ਕਿਤੇ ਆਉਣ ਵਾਲੇ ਸਮੇਂ 'ਚ ਇਸ ਮੁੱਦੇ ਨੂੰ ਅਸੀਂ ਸਮੇਂ ਸਿਰ ਨਹੀਂ ਸਾਂਭਿਆ, ਕਿਉਂਕਿ ਆਪਾਂ ਨੂੰ ਪਤਾ ਹਲੇ ਵੀ ਬਹੁਤ ਸਮਾਂ ਉਸ ਗੱਲ ਨੂੰ ਲੇਟ ਹੋ ਗਿਆ ਹੈ ਤੇ ਜੇ ਇਸ ਨੂੰ ਸਮੇਂ ਸਿਰ ਨਹੀਂ ਸਾਂਭਿਆ ਤਾਂ ਪੰਜਾਬ ਦੇ ਲੋਕਾਂ ਦਾ ਮਨੋਬਲ ਹੋਰ ਕਮਜ਼ੋਰ ਹੋ ਜਾਊਗਾ। ਵੈਸੇ ਵੀ ਇਹ ਗੱਲ ਹੋਣ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਪਹਿਲਾਂ ਪੰਜਾਬ 'ਚ ਆ ਕੇ ਹੌਸਲੇ ਨਾਲ ਪੰਜਾਬ ਜਾ ਕੇ ਪੈਸਾ ਲਾਉਣ ਦੀ ਗੱਲ ਕਰਦੇ ਸੀ ਜਾਂ ਇਸ ਗੱਲ ਨੂੰ ਮਹਿਸੂਸ ਕਰਦੇ ਸੀ ਕਿ ਪੰਜਾਬ ਇੱਕ ਅਗਾਂਹ ਵਧੂ ਸੂਬਾ ਹੈ ਤੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਹੋਰ ਇਨਵੈਸਟਮੈਂਟ ਦੇ ਨਾਲ ਰੋਜ਼ਗਾਰ ਤੇ ਇਸ ਗੱਲਾਂ ਨੂੰ ਹੋਣਾ ਹੈ, ਕਿਤੇ ਉਸ ਗੱਲ ਦੇ ਉੱਪਰ ਵੀ ਲੋਕਾਂ ਦੇ ਮਨ 'ਚ ਹਲੇ ਥੋੜੀ ਠੱਲ ਪਈ ਹੈ। ਤਾਂ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਕਿ ਚਾਹੇ ਉਹਨਾਂ ਨੇ ਭਾਰਤ ਸਰਕਾਰ ਤੋਂ CRPF ਜੈਸੀਆਂ ਏਜੰਸੀਜ਼ ਨੂੰ, ਕੰਪਨੀਆਂ ਨੂੰ ਬੁਲਾਇਆ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ, ਅੱਜ ਸਾਨੂੰ ਇਸ ਗੱਲ ਦੇ ਉੱਪਰ ਜਲਦੀ ਤੋਂ ਜਲਦੀ ਨੱਥ ਪਾ ਲੈਣੀ ਚਾਹੀਦੀ ਹੈ। ਇਸ ਗੱਲ ਦੇ ਉੱਪਰ ਸਾਨੂੰ ਕੰਟਰੋਲ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਕਿਤੇ ਪੰਜਾਬ ਦਾ ਆਉਣ ਵਾਲੇ ਸਮੇਂ 'ਚ ਨੁਕਸਾਨ ਨਾ ਹੋਵੇ।